ਅਗਨੀਪਥ ਯੋਜਨਾ ਦਾ ਐਲਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਥਾਂ-ਥਾਂ ਤੇ ਵਿਰੋਧ ਪ੍ਰਦਰਸ਼ਨ ਹੋਏ, ਹਿੰਸਕ ਘਟਨਾਵਾਂ ਵਾਪਰੀਆਂ, ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਇਹ ਉਹਨਾਂ ਲਈ ਬੈਸਟ ਯੋਜਨਾ ਹੈਗੀ ਆ। ਤੁਸੀਂ ਆਪਣੇ ਸਰੋਤਿਆਂ ਨੂੰ ਦੱਸੋ ਕਿ ਅਗਨੀਪਥ ਯੋਜਨਾ ਅਸਲ ਦੇ ਵਿੱਚ ਹੈ ਕੀ? ਕਈ ਵਾਰ ਬੱਚੇ ਤੁਹਾਡੀ ਗੱਲ ਨਹੀਂ ਮੰਨਦੇ ਨਾ, ਤੁਸੀਂ ਕਹਿੰਦੇ ਆ ਕਿ ਇਹ ਤੁਹਾਡੇ ਲਈ ਚੰਗੀ ਚੀਜ਼ ਹੈ, ਅਸੀਂ ਦੱਸਦੇ ਹਾਂ। ਤੇ ਸਰਕਾਰ ਨੇ ਜਦੋਂ ਇਹ ਕਹਿਣਾ ਸ਼ੁਰੂ ਕਰਤਾ ਕਿ ਲੋਕਾਂ ਨੂੰ ਪਤਾ ਨਹੀਂ, ਇਹਦਾ ਮਤਲਬ ਪਾਲਿਸੀ ਬਣਾਉਣ ਲੱਗਿਆਂ ਨੇ ਡੈਮੋਕ੍ਰੇਸੀ ਦੀ ਸਭ ਤੋਂ ਪਹਿਲਾ ਅਸੂਲ ਹੈ ਕਿ ਤੁਸੀਂ ਸਾਰੇ ਸਟੇਕ ਹੋਲਡਰਸ ਨੂੰ ਉਹਨਾਂ ਦੇ ਨਾਲ ਗੱਲਬਾਤ ਕਰੋ। ਹੁਣ ਇਹਦੇ ਵਿੱਚ ਪਾਲਿਸੀ ਦੇ ਵਿੱਚ ਕਿਹੜੇ ਸਟੇਕ ਹੋਲਡਰਸ ਹੈ? ਜਿਹੜੇ ਤਾਂ ਆਰਮੀ, ਨੇਵੀ ਤੇ 에ਅਰ ਫੋਰਸ ਦੇ ਪ੍ਰੈਜ਼ੈਂਟ ਚੀਫ ਆ, ਉਹਨਾਂ ਨੇ ਤਾਂ ਉਹੀ ਗੱਲ ਕਰਨੀ ਜਿਹੜੀ ਸਰਕਾਰ ਕਰਦੀ ਆ ਉਹਨੂੰ। ਹਾਂਜੀ, ਉਹਨਾਂ ਨੇ ਕਦੇ ਕਿੰਤੂ ਪਰੰਤੂ ਨਹੀਂ ਕਰਨਾ, ਕਿਉਂਕਿ ਉਹਨਾਂ ਨੇ ਉਸ ਤੋਂ ਬਾਅਦ ਗਵਰਨਰ ਵੀ ਲੱਗਣਾ ਹੁੰਦਾ ਨਾ। ਹਾਂਜੀ। ਤੇ ਜਿਹੜੇ ਐਕਸ ਚੀਫਸ ਨੇ, ਕਮਾਂਡਰਸ ਨੇ, ਉਹਨਾਂ ਨਾਲ ਗੱਲਬਾਤ ਕੀਤੀ ਜਾਣੀ ਚਾਹੀਦੀ ਸੀ ਵੀ ਤੁਸੀਂ, ਤੁਹਾਡਾ ਕੀ ਰਾਏ ਹੈ। ਅੱਛਾ, ਫਿਰ ਸਟੇਟਸ ਵੀ ਇਨਵੋਲਵ ਆ, ਕਿਉਂਕਿ ਵੱਖਰੀਆਂ ਸਟੇਟਸ ਦੇ ਵਿੱਚੋਂ ਬਹੁਤ ਜਾਂਦੇ ਆ ਬੱਚੇ ਆਰਮੀ ਦੇ ਵਿੱਚ, ਨੇਵੀ ਦੇ ਵਿੱਚ, ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ। ਫਿਰ ਯੂਥ ਆਰਗੇਨਾਈਜੇਸ਼ਨਸ ਨੂੰ ਪੁੱਛਿਆ ਜਾਣਾ ਚਾਹੀਦਾ। ਹੁਣ ਸਭ ਤੋਂ ਪਹਿਲਾ ਸੰਕੇਤ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਪਾਲਿਸੀ ਅਨਾਉਂਸ ਕਰਤੀ, ਜੇ ਉਹਦੇ ਵਿੱਚ ਤਬਦੀਲੀਆਂ ਦੂਸਰੇ ਦਿਨ ਹੀ ਕਰਨੀਆਂ ਸ਼ੁਰੂ ਕਰਤੀਆਂ ਨਾ, ਇਹ ਸਭ ਤੋਂ ਪਹਿਲਾ ਸੰਕੇਤ ਆ ਵੀ ਪਹਿਲਾਂ ਸੋਚਿਆ ਨਹੀਂ ਅਸੀਂ। ਹਾਂਜੀ। ਹੁਣ ਪਹਿਲਾਂ ਜਿਹੜੀ ਪਾਲਿਸੀ ਪਹਿਲਾਂ ਦੇਖ ਲੈਂਦੇ ਵੀ ਕੀ ਅਨਾਉਂਸ ਕੀਤਾ ਸੀ। ਅਨਾਉਂਸ ਕੀਤਾ ਸੀ ਕਿ ਯੰਗ ਰੱਖਣ ਲਈ, ਨੌਜਵਾਨ ਰੱਖਣ ਲਈ ਨੇਵੀ, ਆਰਮੀ ਤੇ 에ਅਰ ਫੋਰਸ 17.5 ਸਾਲ ਤੋਂ 21 ਸਾਲ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਊਗਾ ਤੇ ਉਹਨਾਂ ਨੂੰ ਸਿਰਫ 4 ਸਾਲ ਲਈ ਭਰਤੀ ਕੀਤਾ ਜਾਊਗਾ। ਉਹਨਾਂ ਚੋਂ 25% ਰੱਖਣੇ ਆ ਪਰਮਾਨੈਂਟ, ਜਿਹੜੇ ਪਰਮਾਨੈਂਟ ਬੇਸਿਸ ਤੇ ਹੁੰਦੇ ਆ, ਜਿਹੜੇ ਹੁਣ ਵੀ ਚੱਲਦੀ ਆ। ਉਹ ਇੱਕ ਜਵਾਨ ਨੂੰ ਭਰਤੀ ਜਦੋਂ ਕੀਤਾ ਜਾਂਦਾ ਉਹਨੂੰ 15 ਸਾਲ ਲਈ ਭਰਤੀ ਕਰਦੇ ਆ। ਹਾਂਜੀ। 15 ਸਾਲ ਤੋਂ ਬਾਅਦ ਉਹਨੂੰ ਪੈਨਸ਼ਨ ਮਿਲ ਜਾਂਦੀ ਹੈ। ਹਾਂ, ਜਿਨ੍ਹਾਂ ਦੇ ਵਿੱਚ ਜਿਹਦਾ ਕੋਈ ਹੌਲਦਾਰ ਬਣ ਜਾਂਦਾ, ਉਸ ਤੋਂ ਬਾਅਦ ਸੂਬੇਦਾਰ ਬਣ ਜਾਂਦਾ, ਉਹਨਾਂ ਦੀ ਏਜ ਵਧਾਉਂਦੇ ਰਹਿੰਦੇ। ਸੋ 75% ਜਿਹੜੇ ਆ ਅਗਨੀਵੀਰ, ਉਹਨਾਂ ਨੇ ਅਨਐਮਪਲੋਇਡ ਹੋ ਜਾਣਾ ਹੋਵੇ ਤੇ ਉਹਦੇ ਲਈ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਇੱਕ ਤਾਂ ਪੈਕੇਜ ਦੇਣਾ ਉਹਨਾਂ ਨੂੰ, ਕੋਈ 11 ਤੋਂ 12 ਲੱਖ ਦਾ ਕਹਿੰਦੇ ਸੀ। ਹਾਂਜੀ। ਕਿ ਇਹ ਫਾਈਨੈਂਸ਼ੀਅਲ ਹੋ ਜਾਂਦਾ ਉਹਨਾਂ ਨੂੰ। ਫਿਰ ਉਹਨਾਂ ਨੂੰ ਕੋਈ ਕਹਿਣਗੇ ਬੈਂਕਾਂ ਨੂੰ ਕਿ ਇਹਨਾਂ ਨੂੰ ਲੋਨ ਵੀ ਦੇ ਦਿਓ। ਜੇ ਉਹਨਾਂ ਨੇ ਕੋਈ ਟੈਕਨੀਕਲ ਸਕਿੱਲ ਸਿੱਖੀ ਆ, ਉਹਦਾ ਸਰਟੀਫਿਕੇਟ ਦੇਵਾਂਗੇ ਤਾਂ ਕਿ ਉਹ ਯੂਜ਼ ਕਰ ਸਕਣ। ਪਰ ਡਾਕਟਰ ਸਾਹਿਬ, ਇਹਨਾਂ ਨੇ ਯੋਗਤਾ ਦੇ ਵਿੱਚ ਤਾਂ ਇਹ ਲਿਖਿਆ ਹੋਇਆ, ਮਤਲਬ ਅਨਾਉਂਸ ਕੀਤਾ ਕਿ 10ਵੀਂ ਜਾਂ 12ਵੀਂ ਪਾਸ ਹੋਣਾ ਹੀ ਜ਼ਰੂਰੀ ਆ। ਇਹ ਤਾਂ ਵਧਾਤੀ, ਵੈਸੇ ਪਹਿਲਾਂ 8ਵੀਂ ਹੁੰਦੀ ਸੀ ਜੀ। ਜਿਹੜੀ ਗੱਲ ਹੈ ਨਾ ਆਰਮੀ ਦੇ ਵਿੱਚ ਜਾਂ ਨੇਵੀ ਦੇ ਵਿੱਚ, 에ਅਰ ਫੋਰਸ, ਤੁਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਯੰਗ ਤੋਂ ਯੰਗ ਇਸ ਕਰਕੇ ਵੀ ਲਿਆਉਣੇ ਆ। ਨੌਜਵਾਨ ਜਿਹੜਾ ਬਹੁਤ ਨੌਜਵਾਨ ਹੁੰਦਾ, ਉਹਦੀ ਫਰਤੀਲਾਪਨ ਹੁੰਦਾ, ਜੋਸ਼ ਹੁੰਦਾ, ਜਵਾਨੀ ਹੁੰਦੀ ਆ, ਉਹ ਸੋਚਦਾ ਜੋ ਕੁਛ ਉਹਨੂੰ ਸੋਚਣ ਲਈ ਦੱਸਿਆ ਜਾਂਦਾ। ਦੂਸਰੀ ਵੱਡੀ ਗੱਲ ਜਿਹੜੀ ਫੋਰਸਸ ਦੇ ਵਿੱਚ ਹੁੰਦੀ ਆ, ਉਹ ਹੈ ਅਨੁਸ਼ਾਸਨ, ਡਿਸਿਪਲਿਨ ਰੱਖਣਾ। ਇੱਕ 16 ਸਾਲ ਦੇ, ਇੱਕ 17 ਸਾਲ ਦੇ ਬੱਚੇ ਨੂੰ ਤੁਸੀਂ ਜੋ ਵੀ ਸਿਖਾਉਣਾ ਉਹੀ ਸਿੱਖ ਜਾਣਾ। ਇੱਕ 40 ਸਾਲ ਦੇ ਬੱਚੇ ਨੂੰ ਲਿਆ ਕੇ ਤੁਸੀਂ, ਬੱਚਾ ਤਾਂ ਹੈ ਨਹੀਂ 40 ਸਾਲ ਦਾ, 40 ਸਾਲ ਦੇ ਬੰਦੇ ਨੂੰ ਲਿਆ ਕੇ ਤੁਸੀਂ ਤਕਨੀਕ ਸਿਖਾਓਗੇ, ਉਹਨੇ ਕਦੇ ਨਹੀਂ ਸਿੱਖਣਾ। ਕਹਿੰਦੇ ਨਹੀਂ, ਬਾਰਿਸ਼ ਆ, ਇਹਨਾਂ ਨੂੰ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆ ਨੇ। ਹਾਂਜੀ। ਉਹ ਬੰਦੇ ਨੇ ਨਹੀਂ ਕੁਛ ਵੀ ਸਿੱਖਣਾ, ਤੁਸੀਂ ਜਿੰਨਾ ਮਰਜ਼ੀ ਲੈ ਕੇ ਦੇ ਜਾ। ਇਸੇ ਕਰਕੇ ਇਹਨਾਂ ਦੀ ਫੋਰਸਸ ਦੀ ਇਹ ਤਮੰਨਾ ਰਹਿੰਦੀ ਹਮੇਸ਼ਾ ਹੀ ਕਿ ਜਿੰਨੇ ਵੀ ਨੌਜਵਾਨ ਹੋਣ ਉਹਨਾਂ ਨੂੰ ਭਰਤੀ ਕੀਤਾ ਜਾਵੇ ਤਾਂ ਕਿ ਉਹ ਉਹਨਾਂ ਦਾ ਡਿਸਿਪਲਿਨ ਸਿੱਖਣ। ਹੁਣ ਜਿਹੜਾ ਇੱਕ ਫੌਜੀ ਭਰਤੀ ਕਰਦੇ ਆ, ਉਹਨੂੰ ਤੁਸੀਂ ਇਨਸਬੋਰਡੀਨੇਸ਼ਨ ਸਿਖਾਉਂਦੇ ਆ ਕਿ ਜੇ ਆਫਿਸਰ ਨੇ ਤੈਨੂੰ ਕੁਛ ਕਹਿਤਾ, ਤੂੰ ਮੰਨਣਾ ਕਿੱਦਾਂ। ਤੂੰ ਕੋਈ ਸਵਾਲ ਨਹੀਂ ਕਰਨਾ, ਸਿਰਫ ਇਹੀ ਕਹਿਣਾ ਕਿ ਮੈਂ ਯੈਸ ਸਰ। ਹਾਂਜੀ। ਤੁਸੀਂ ਉਹਨਾਂ ਨੇ ਕਹਿਤਾ ਵੀ ਪਹਾੜ ਤੇ ਚੜ ਜਾ, ਕੋਈ ਸਵਾਲ ਨਹੀਂ। ਇਹ ਸਵਾਲ ਕਰਨਗੇ 50 ਸਾਲ ਵਾਲੇ ਬੰਦੇ ਜਿਹੜੇ ਰਿਟਾਇਰਡ ਹੋਏ ਆ। ਇਸ ਕਰਕੇ ਯੰਗ ਜਨਰੇਸ਼ਨ ਨੂੰ ਭਰਤੀ ਕਰਨਾ ਇਹਨਾਂ ਦੀ ਤਮੰਨਾ ਰਹਿੰਦੀ ਹਮੇਸ਼ਾ। ਹੁਣ ਇਸ਼ੂ ਆ ਗਈ ਹੈ ਦੂਜੇ 75% ਵਾਲਿਆਂ ਦੀ, ਜਿਹੜੇ ਨਿਕਲ ਜਾਣੇ 4 ਸਾਲਾਂ ਬਾਅਦ। ਹਾਂਜੀ। ਉਹਨਾਂ ਨੂੰ ਤਰ੍ਹਾਂ ਦੇ ਵਾਅਦੇ ਕੀਤੇ ਗਏ, ਉਹਨਾਂ ਬਾਰੇ ਵੀ ਗੱਲ ਕਰਦੇ ਹਾਂ
ਅੱਛਾ, ਫਿਰ ਇਹਨਾਂ ਨੇ ਇੱਕ ਕਿਹਾ ਸੀ ਕਿ ਸਾਲ ਦੀ 4,80,000 ਰੁਪਏ ਮਿਲੂਗੀ ਉਹਨਾਂ ਨੂੰ। ਹਾਂਜੀ, ਇਹ ਵੀ ਅੰਕੜਿਆਂ ਦਾ ਹੇਰ ਫੇਰ ਆ। ਹਾਂਜੀ, ਇਹਨਾਂ ਨੇ ਕਿਹਾ ਕਿ ਪਹਿਲੇ ਸਾਲ ਦੀ ਜਿਹੜੀ ਸੈਲਰੀ ਆ ਪ੍ਰਤੀ ਮਹੀਨਾ ਉਹ 30,000 ਹੋਊਗੀ, ਚੌਥੇ ਸਾਲ ਦੇ ਵਿੱਚ 40,000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਦਿੱਤਾ ਜਾਊਗਾ। ਤੁਸੀਂ ਚੌਥੇ ਸਾਲ ਦੀ ਸੈਲਰੀ ਜਿਹੜੀ ਪ੍ਰੈਸ ਰਿਲੀਜ਼ ਇਹਨਾਂ ਨੇ ਕੱਢੀ ਸੀ ਨਾ ਪਹਿਲੇ ਦਿਨ, ਹਾਂਜੀ, ਉਹ 'ਚ 4,80,000 ਲਿਖਿਆ ਸੀ। ਇਹਦਾ ਜਿਹੜੀ ਚੌਥੇ ਸਾਲ ਵਾਲੀ ਸੈਲਰੀ ਜਿਹੜੀ 40,000 ਆ, ਉਹਨਾਂ 4,80,000 ਬਣਦਾ। ਹਾਂਜੀ, 30,000 ਨਾਲ ਨਹੀਂ ਬਣਦਾ। ਹਾਂਜੀ, ਅੱਛਾ, ਦੂਜਾ ਇਹਦੇ ਵਿੱਚ ਇੱਕ ਹੇਰ ਫੇਰ ਹੋਰ ਹੈ ਕਿ ਜਿਹੜੀ 30,000 ਜਾਂ 40,000 ਸੈਲਰੀ ਮਿਲਣੀ ਆ, ਉਹ 'ਚੋਂ 30% ਕੋਰ ਫੰਡ ਕੱਟਣਾ ਇਹਨਾਂ ਨੇ। ਹੁਣ 30,000 ਮਿਲਣਾ ਤਾਂ 9,000 ਉਹਨਾਂ ਨੇ ਕੋਰ ਫੰਡ ਕੱਟ ਲੈਣਾ ਤੁਹਾਡਾ। ਹਾਂਜੀ, ਉਹ ਫੰਡ ਜਿਹੜੇ ਇਕੱਠੇ ਕਰਕੇ ਸਰਕਾਰ ਨੇ ਕੋਲੋਂ ਪੈਸੇ ਪਾ ਕੇ ਫਿਰ ਜਿਹੜੇ ਐਂਡ ਤੇ ਪੈਸੇ ਦੇਣੇ ਆ 4 ਸਾਲਾਂ ਬਾਅਦ, ਇਹ ਉਹ ਕੋਰ ਫੰਡ ਹੈ ਜਿਹੜਾ ਪਹਿਲਾਂ ਐਕਸਪਲੇਨ ਨਹੀਂ ਕੀਤਾ ਗਿਆ ਵੀ ਕੋਰ ਫੰਡ ਹੈ ਕੀ ਆ। ਹੁਣ ਇਹਨਾਂ ਨੇ ਡੀਟੇਲਸ ਜ਼ਿਆਦਾ ਦਿੱਤੀਆਂ, 21 ਸਾਲ ਤੋਂ 23 ਸਾਲ ਕਰਤੀ। ਹੁਣ ਇਸ਼ੂ ਤਾਂ ਹੈਗੀ ਹੈ ਕਿ ਤੁਸੀਂ ਕਹੀ ਤਾਂ ਜਾਣੇ ਕਿ ਪੈਰਾਮਿਲਟਰੀ ਫੋਰਸਿਸ ਜਿਹੜੀਆਂ BSF, CRPF, CISF, ਇੰਡੋ ਤਿੱਬਤਨ ਬਾਰਡਰ ਪੁਲਿਸ ਫੋਰਸ, ਇਹ ਸਾਰੀਆਂ ਉਹਨਾਂ ਨੂੰ ਅਬਜ਼ੌਰਵ ਕਰ ਲੈਣਗੀਆਂ। ਸਟੇਟ ਪੁਲਿਸ ਫੋਰਸਿਸ ਹੈ ਕਰ ਤਾਂ ਸਕਦੀਆਂ, ਪਰ ਜੇ ਕੋਈ ਕਾਨੂੰਨ ਬਣਾਵੇ ਤਾਂ। ਤੁਸੀਂ ਉੱਦਾਂ ਹੀ ਕਹਿੰਦੇ ਆ ਨਾ, ਵੈਸੇ ਕਿਸੇ ਪੋਲੀਟੀਸ਼ੀਅਨ ਨੇ ਉੱਦਾਂ ਹੀ ਕਿਹਾ ਹੋਵੇ ਤਾਂ ਤੁਹਾਨੂੰ ਯਕੀਨ ਆ ਜੂ ਕਦੇ? ਕਿਉਂਕਿ ਨਿੱਤ ਤਾਂ ਝੂਠ ਬੋਲਦੇ ਆ। ਹਾਂਜੀ, ਹੁਣ ਜੇ ਸਰਕਾਰ ਇਦਾਂ ਹੀ ਕਵੇ ਸਿਰਫ ਵੀ ਅਸੀਂ ਤਾਂ ਇਹਨਾਂ ਨੂੰ ਕਹਿਤਾ ਇਹਨਾਂ ਨੇ ਇਦਾਂ ਕਰ ਦੇਣਾ, ਨਹੀਂ। ਇਹ ਜੇ ਜਿੰਨਾ ਚਿਰ ਉਹਦਾ ਇੱਕ ਕਾਨੂੰਨ ਲੈ ਕੇ ਆਉਣ, ਜਾਂ ਕਿਸਾਨਾਂ ਨੂੰ ਕਹਿੰਦੇ ਸੀ ਅਸੀਂ MSP ਦੀ ਤਾਂ ਗੱਲ ਹੀ ਨਹੀਂ ਕਰਦੇ, ਅਸੀਂ ਮੰਡੀਆਂ ਨੂੰ ਤਬਾਹ ਹੀ ਨਹੀਂ ਕਰਦੇ। ਅੱਛਾ, ਜੇ ਨਹੀਂ ਕਰਦੇ ਤਾਂ ਫਿਰ ਕਾਨੂੰਨ ਕਿਉਂ ਨਹੀਂ ਲਿਆਉਂਦੇ ਤੁਸੀਂ? ਇਹੀ ਕਿਸਾਨ ਜਥੇਬੰਦੀਆਂ ਵੀ ਕਹਿੰਦੀਆਂ ਸੀ ਕਿ ਜੇ ਸਾਨੂੰ MSP ਦੇਣੀ ਆ ਫਿਰ ਤੁਸੀਂ ਕਾਨੂੰਨ ਇੰਟਰੋਡਿਊਸ ਕਰ ਦਿਓ ਲੋਕ ਸਭਾ, ਜਿਹੜਾ ਅੱਜ ਤਾਈਂ ਨਹੀਂ ਕੀਤਾ। ਉਸ ਤੋਂ ਬਾਅਦ ਹਾਲਾਂਕਿ ਇਹਨਾਂ ਨੇ ਕਿਹਾ ਸੀ ਕਿ ਸਾਡੀ ਕਿਸਾਨ ਜਥੇਬੰਦੀਆਂ ਨੇ ਜਦੋਂ ਐਂਡ ਕੀਤੀ ਆਪਣੀ ਐਜੀਟੇਸ਼ਨ, ਉਹ ਟਾਰਾਂ ਮਾਰਦੇ ਆਉਂਦੇ ਸੀ ਅਸੀਂ ਜਿੱਤ ਗਏ ਆ, MSP ਸਾਨੂੰ ਮਿਲ ਗਈ ਆ। ਅੱਜ ਤੱਕ MSP ਦਾ ਕਾਨੂੰਨ ਨਹੀਂ ਬਣਿਆ। ਹਾਂਜੀ, ਇਹ ਸਿਰਫ ਆਰਡੀਨੈਂਸ ਆ। ਹਾਂਜੀ, ਆਰਡੀਨੈਂਸ ਕਿਸੇ ਦਿਨ ਵੀ ਬਦਲਿਆ ਜਾ ਸਕਦਾ ਜੀ, ਬਿਲਕੁਲ, ਬਿਨਾਂ ਕਿਸੇ ਪਾਰਲੀਮੈਂਟ ਦੇ। ਸੋ ਇਹ ਪਹਿਲੀ ਗੱਲ ਤਾਂ ਹੈਗੀ ਕਾਨੂੰਨ ਬਣੇ ਕਿ ਜਿਹੜੇ ਪੈਰਾਮਿਲਟਰੀ ਵਾਲੇ ਆ, ਪੁਲਿਸ ਫੋਰਸਸ ਆ ਸਟੇਟਸ ਦੀਆਂ, ਉਹਨਾਂ ਨੇ ਸਭ ਤੋਂ ਪਹਿਲਾਂ ਅਗਨੀਵੀਰ ਭਰਤੀ ਕਰਨੀ। ਵੈਸੇ ਤਾਂ ਉਹਨਾਂ ਲਈ ਵੀ ਚੰਗੀ ਚੀਜ਼ ਹੈ, ਇਹਨਾਂ ਨੂੰ ਟ੍ਰੇਨਡ ਬੰਦੇ ਮਿਲ ਜਾਣ, ਡਿਸਿਪਲਿਨਡ ਬੰਦੇ ਮਿਲ ਜਾਣ। ਜਿਹੜਾ ਡਿਸਿਪਲਿਨ ਤਾਂ ਜਿਹੜੀ ਟ੍ਰੇਨਿੰਗ ਇਹ ਦਿੰਦੇ ਆ ਉਹ ਨਹੀਂ ਮਿਲਣੀ ਉੱਦਾਂ ਵੈਸੇ ਨਾਰਮਲ। ਹੁਣ ਇਹ ਕਾਨੂੰਨ ਦਾ ਹੋਵੇ ਤਾਂ ਫਿਰ ਤਾਂ ਠੀਕ ਹੈ। ਜੇ ਅਗਨੀਵੀਰ ਨੂੰ ਨਾ ਭਰਤ ਕਰਨ CRPF ਵਾਲੇ, ਦੂਸਰੇ ਪੈਰਾਮਿਲਟਰੀ ਫੋਰਸ ਵਾਲੇ, ਉਹ ਕਮ ਸੇ ਕਮ ਕਾਨੂੰਨ ਬਣਿਆ ਹੋਊਗਾ ਤਾਂ ਕੋਰਟ 'ਚ ਜਾਣ ਜੋਗਾ ਤਾਂ ਹੋਊਗਾ ਨਾ। ਹਾਂਜੀ, ਜੇ ਕਾਨੂੰਨ ਹੀ ਹੈ ਨਹੀਂ ਤਾਂ ਫਿਰ ਕੋਈ ਕਿਹੜੀ ਕੋਰਟ ਨੇ ਉਹਨੂੰ ਪੁੱਛਣਾ? ਹੁਣ ਕਹੀ ਜਾਂਦੇ, ਅੱਜ ਮੈਂ ਪੜ੍ਹਦਾ ਸੀ ਕਿ ਇਹਨਾਂ ਨੇ ਜਿਸ ਦਿਨ ਪਾਲਿਸੀ ਅਨਾਉਂਸਮੈਂਟ ਕੀਤੀ ਹੈ ਉਸ ਤੋਂ ਬਾਅਦ ਬਦਲਦੇ, ਹਰ ਰੋਜ਼ ਹੀ ਬਦਲਦੇ ਆ। ਵੈਸੇ ਅੱਜ ਕਹਿ ਰਹੇ ਆ ਪ੍ਰਾਈਵੇਟ ਕੰਪਨੀਆਂ ਵਾਲਿਆਂ ਤੋਂ ਕਹਾ ਰਹੇ ਆ ਵੈਸੇ ਕਿ ਤੁਸੀਂ ਕਹੋ ਕਿ ਅਸੀਂ ਅਗਨੀਵੀਰਾਂ ਨੂੰ ਭਰਤੀ ਕਰਾਂਗੇ, ਤੇ ਉਹ ਵਾਰ-ਵਾਰ ਕਹਿ ਰਹੇ, ਅੱਜ ਮਹਿੰਦਰਾ ਵਾਲੇ ਕਹਿ ਰਹੇ ਸੀ ਕਿ ਅਸੀਂ ਅਗਨੀਵੀਰਾਂ ਨੂੰ ਭਰਤੀ ਕਰਾਂਗੇ। ਉਹਨਾਂ ਨੂੰ ਕਹੋ ਵੀ ਲਿਖ ਕੇ ਦੇ ਦਿਓ ਕਿ ਤੁਸੀਂ ਕਿੰਨੇ % ਭਰਤੀ ਕਰੋਗੇ। ਹਾਂਜੀ, ਤਾਂ ਫਿਰ ਉਹਦਾ ਕਾਨੂੰਨ ਬਣਾ ਦਿਓ। ਹਾਂਜੀ, ਅਸਲੀ ਗੱਲ ਤਾਂ ਇਹੀ ਹੋਣੀ ਚਾਹੀਦੀ ਹੈ। ਹਾਂਜੀ, ਕਾਨੂੰਨ ਤਾਂ ਬਣਨਾ ਹੀ ਚਾਹੀਦਾ। ਕਾਨੂੰਨ ਤੋਂ ਬਿਨਾਂ ਕਿਸੇ ਦਾ ਵਾਅਦਾ ਮਤਲਬ ਕੁਝ ਨਹੀਂ ਹੁੰਦਾ। ਉਹ ਤੇ ਤੁਸੀਂ ਜੇ ਤੁਹਾਡੇ ਘਰ 'ਚ ਵੀ ਕੋਈ ਕੰਮ ਕਰਨਾ ਹੈ ਨਾ, ਛੱਤ ਬਣਾਉਣਾ ਆ, ਪਹਿਲਾਂ ਉਹਨਾਂ ਨੂੰ ਲਿਖ ਲਿਖਾਈ ਕਰੋ। ਹਾਂਜੀ, ਜਿੰਨਾ ਚਿਰ ਲਿਖ ਲਿਖਾਈ ਨਹੀਂ ਕਰਦੇ, ਤੁਸੀਂ ਐਗਰੀਮੈਂਟ ਨਹੀਂ ਕਰਦੇ, ਉਹਨੇ ਕਹਿ ਹੀ ਦੇਣਾ ਕੱਲ ਨੂੰ ਆਉਂਗਾ ਜੀ ਭਾਜੀ, ਮੈਂ ਪਰਸੋਂ ਚੱਲ ਗਿਆ ਸੀ ਬਲੇਨ ਨੂੰ, ਹੁਣ ਮੈਂ ਚੌਥੇ ਆਉਂਗਾ। ਹਾਂਜੀ, ਅੱਛਾ, ਇਹ ਇਸੇ ਤਰ੍ਹਾਂ ਦੀ ਸਰਕਾਰ ਦੀ ਗੱਲ ਹੈ ਉੱਥੇ ਕਿ ਤੁਸੀਂ ਕਹੀ ਤਾਂ ਜਾਂਦੇ ਆ, ਪਰ ਇਹਨੂੰ ਲਿਖਤੀ ਰੂਪ ਦੇ ਵਿੱਚ, ਇੱਕ ਕਾਨੂੰਨ ਦੇ ਰੂਪ ਦੇ ਵਿੱਚ ਦਿਓ ਤਾਂ ਕਿ ਨੌਜਵਾਨਾਂ ਨੂੰ ਵਿਸ਼ਵਾਸ ਹੋਵੇ ਕਿ ਵਾਕਿਆ ਹੀ 4 ਸਾਲ ਬਾਅਦ ਸਾਨੂੰ ਫੇਰ ਵੀ ਪੁੱਛਣਗੇ। ਹਾਂਜੀ, ਹਾਂ, ਉਹਨਾਂ ਦੇ ਕੋਲ ਇਹ ਗੱਲ ਠੀਕ ਹੈ ਕਿ ਤੁਸੀਂ ਭਰਤੀ ਕਰਨੇ ਆ। ਅੱਛਾ, ਦੂਸਰੀ ਇੱਕ ਗੱਲ ਹੈ ਜਿਹੜੀ ਕਿ ਮੀਡੀਆ ਦੇ ਵਿੱਚ ਬਹੁਤੀ ਨਹੀਂ ਖਬਰ ਆਈ, ਉਹ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕੀਤੀ ਸੀ ਤੇ ਕੁਝ ਵੈਸਟਰਨ ਆਰਮੀ ਕਮਾਂਡਰ ਨੇ ਵੀ ਗੱਲ ਕੀਤੀ ਸੀ, ਜਿਹੜਾ ਪਹਿਲਾਂ ਹੁੰਦਾ ਸੀ
ਸਪਰੂਸ, ਜਨਰਲ ਸਪਰੂਸ, ਉਹਨਾਂ ਨੇ ਆਪਣੇ ਇੰਡੀਅਨ ਆਰਮੀ ਦੇ ਵਿੱਚ ਨਾ ਵੱਖ-ਵੱਖ ਰੈਜੀਮੈਂਟਸ ਹੈ ਜਿਹੜੀਆਂ ਬ੍ਰਿਟਿਸ਼ ਨੇ ਇੱਕ ਥਿਊਰੀ ਕੱਢੀ ਸੀ ਕਿ ਮਾਰਸ਼ਲ ਕੌਮਾਂ ਕੌਣ ਹੈ, ਉਹਦੇ ਵਿੱਚ ਸਿਰਫ ਮਾਰਸ਼ਲ ਕੌਮਾਂ ਦੇ ਬੰਦੇ ਭਰਤੀ ਕੀਤੇ ਜਾਂਦੇ, ਜਿੱਦਾਂ ਸਿੱਖ ਰੈਜੀਮੈਂਟ ਹੋਈ, ਰਾਜਪੂਤ ਰੈਜੀਮੈਂਟ ਆ, ਮਰਾਠਾ ਰੈਜੀਮੈਂਟ ਆ, ਜਾਟ ਰੈਜੀਮੈਂਟ ਆ, ਸਿੱਖ LI ਆ, ਲਾਈਟ ਇਨਫੈਂਟਰੀ, ਜਿਹਦੇ ਵਿੱਚ ਮਜ਼੍ਹਬੀ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ, ਜਿਹੜੀ ਸਿੱਖ ਰੈਜੀਮੈਂਟ ਆ ਉਹਦੇ ਵਿੱਚ ਜੱਟ ਸਿੱਖਾਂ ਨੂੰ ਭਰਤੀ ਕੀਤਾ ਜਾਂਦਾ। ਉਹ ਕਹਿੰਦੇ ਵੀ ਜਿਹੜੀ ਹੁਣ ਇਹਨਾਂ ਨੇ ਪਾਲਿਸੀ ਅਨਾਉਂਸਮੈਂਟ ਕੀਤੀ ਸੀ ਉਹਦੇ 'ਚ ਲਿਖਿਆ ਆ ਆਲ ਇੰਡੀਆ 1 ਕਲਾਸ ਇਹਨਾਂ ਭਰਤੀ ਕਰਨੀ। ਕਹਿੰਦੇ ਵੀ ਜਿਹੜੇ ਫਿਰ ਵੱਖ-ਵੱਖ ਰੈਜੀਮੈਂਟਸ ਜਿੱਦਾਂ ਬਣੀਆਂ ਆ, ਅੱਗੇ ਤਾਂ ਇਦਾਂ ਹੀ ਅਨਾਉਂਸ ਕਰਦੇ ਸੀ ਜੇ ਰਾਜਪੂਤ ਦੇ ਵਿੱਚ ਭਰਤੀ ਕਰਨੇ ਤਾਂ ਸਿਰਫ ਰਾਜਪੂਤ ਹੀ ਭਰਤੀ ਕਰਨੇ, ਮਰਾਠਾ ਦੇ ਵਿੱਚ ਕਰਨੇ ਆ ਤਾਂ ਸਿਰਫ ਮਰਾਠਾ ਜਾਤ ਵਾਲੀ ਕਰਦੇ। ਤੇ ਫਿਰ ਉਹ ਕਿੱਧਰ ਜਾਣਗੇ ਜੇ 1 ਇਨ ਕਲਾਸ ਤੇ 1 ਕੰਟਰੀ ਵਾਲੀ ਤੁਸੀਂ ਲੈ ਨਾ ਕਨਸੈਪਟ, ਜਿੱਦਾਂ ਪਹਿਲਾਂ ਕਹਿੰਦੇ ਸੀ ਇੱਕ ਦੇਸ਼ ਤੇ ਇੱਕ ਮੰਡੀ ਕਿਸਾਨਾਂ ਵਾਲੀ, ਉਹ ਵੀ ਨਹੀਂ ਚੱਲੀ ਗੱਲ ਤਾਂ ਆ ਵੀ ਨਹੀਂ ਚੱਲਣੀ। ਹਾਂਜੀ, ਜੇ ਤੁਸੀਂ ਹੁਣ ਕਹਿ ਰਹੇ ਉਦੋਂ ਬਾਅਦ ਕਹਿ ਰਹੇ ਸੀ ਡਿਫੈਂਸ ਮਿਨਿਸਟਰ ਕਿ ਨਹੀਂ ਉਹ ਜਿਹੜੀਆਂ ਸਾਡੀਆਂ ਰੈਜੀਮੈਂਟਸ ਨੇ ਪਹਿਲਾਂ ਬਣੀਆਂ, ਜਿਹਦਾ ਗੋਰਖਾ ਰੈਜੀਮੈਂਟ ਹੈ ਫॉर ਐਗਜ਼ਾਮਪਲ, ਉਹ ਈਵਨ ਨੇਪਾਲ ਤੋਂ ਭਰਤੀ ਕਰਕੇ ਲਿਆਉਂਦੇ ਆ ਗੋਰਖਿਆਂ ਨੂੰ। ਉਹ ਕਹਿੰਦੇ ਕਿ ਇੱਕ ਜਰਨੈਲ ਨੇ ਕਿਹਾ, ਕਹਿੰਦਾ ਕਿ ਜਦੋਂ ਤੁਸੀਂ ਭਰਤੀ ਕਰਕੇ ਉਹਨਾਂ ਨੂੰ ਲਿਆਉਣੇ ਆ ਤਾਂ ਉਹ ਵਾਪਸ ਜਾਂਦੇ ਨੇ ਪਿੰਡਾਂ ਦੇ ਵਿੱਚੋਂ, ਤੇ ਪਿੰਡਾਂ ਦੇ ਵਿੱਚ ਫਿਰ ਉਹ ਇੰਡੀਆ ਦੇ ਐਂਬੈਸਡਰ ਹੁੰਦੇ, ਸਮਝ ਲਓ ਇੰਡੀਆ ਦੀ ਗੱਲ ਕਰਦੇ, ਉਹ ਇੰਡੀਆ ਦੀਆਂ ਫੌਜਾਂ ਦੀ ਗੱਲ ਕਰਦੇ ਆ, ਇੰਡੀਆ 'ਚ ਕਿੱਥੇ ਕਿੱਥੇ ਰਹਿ ਕੇ ਆਏ ਉਹਨਾਂ ਦੀ ਗੱਲ ਕਰਦੇ ਆ, ਉਹ ਮਤਲਬ ਤੁਹਾਡਾ ਪ੍ਰੋਪੇਗੈਂਡਾ ਕਰਦੇ ਆ। ਇਸ ਕਰਕੇ ਉਹ ਕਹਿੰਦਾ ਵੀ ਜੇ ਬ੍ਰਿਟਿਸ਼ ਨੇ ਰੱਖੇ ਆ ਅਜੇ ਤਾਈਂ, ਉਹਨਾਂ ਨੇ ਇੱਕ ਬ੍ਰਿਗੇਡ ਰੱਖਿਆ ਹੈ ਗੋਰਖਾ ਦਾ, ਤਾਂ ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਕਹਿੰਦੇ ਕਿ ਆਲ ਇੰਡੀਆ 1 ਕਲਾਸ, ਇਹਦਾ ਮਤਲਬ ਕੀ ਹੈ? ਇਹਦੀ ਸਫਾਈ ਦੱਸੋ। ਤੇ ਸਫਾਈ ਫਿਰ ਉਹਨਾਂ ਨੇ ਦੇਤੀ, ਨਹੀਂ ਜੀ ਉਹ ਕੁਛ ਨਹੀਂ ਬਦਲਣ ਵਾਲਾ। ਜੇ ਨਹੀਂ ਬਦਲਣ ਵਾਲਾ ਤੇ ਜਿਹੜੀਆਂ ਪਹਿਲਾਂ ਰੈਜੀਮੈਂਟ, ਜਿਹੜੀਆਂ ਖਾਸ ਸਪੈਸ਼ਲ ਰੈਜੀਮੈਂਟਸ ਆ, ਉਹਨਾਂ ਦੀ ਖਾਸ ਹੀ ਭਰਤੀ ਹੁੰਦੀ ਹੈ। ਤੁਸੀਂ ਉਹਨਾਂ ਦੇ ਵਿੱਚ ਆਲ 1 ਕਲਾਸ ਆਲ ਇੰਡੀਆ ਨਹੀਂ ਪਾ ਸਕਦੇ। ਤੁਸੀਂ ਰਾਜਪੂਤ ਭਰਤੀ ਕਰਨੇ ਤਾਂ ਰਾਜਸਥਾਨ ਤੋਂ ਭਰਤੀ ਕਰਨੇ ਪੈਣੇ ਆ, UP ਤੋਂ ਭਰਤੀ ਕਰਨੇ ਪੈਣੇ ਆ, ਬਿਹਾਰ ਤੋਂ ਕਰਨੇ ਪੈਣੇ ਆ, ਇਹ ਮੱਧ ਪ੍ਰਦੇਸ਼ ਦੇ ਵਿੱਚ ਕਾਫੀ ਰਾਜਪੂਤ ਹੈ, ਇੰਨੇ ਕੁ ਏਰੀਏ ਦੇ ਵਿੱਚ ਰਾਜਪੂਤ ਤੁਸੀਂ ਭਰਤੀ ਕਰ ਸਕਦੇ। ਮਰਾਠਾ ਭਰਤੀ ਕਰਨੇ ਪੈਣੇ ਆ ਤੇ ਤੁਹਾਨੂੰ ਮਹਾਰਾਸ਼ਟਰ 'ਚ ਜਾਣਾ ਪੈਣਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਲ ਇੰਡੀਆ 1 ਕਲਾਸ ਹੈ। ਸੋ ਉਹਦੇ ਬਾਰੇ ਅਜੇ ਤਾਈਂ ਸਪਸ਼ਟ ਰੂਪ ਦੇ ਵਿੱਚ ਦੱਸ ਨਹੀਂ ਸਕੇ ਕਿ ਕਿੱਦਾਂ ਐਡਜਸਟ ਕਰਨਗੇ ਉਹਨੂੰ। ਹਾਂਜੀ, ਕੋਸ਼ਿਸ਼ ਤਾਂ ਬੜੀ ਕਰਦੇ ਆ, ਕਹਿੰਦੇ ਆ ਕਿ ਜਿਹੜੇ ਦੇਸ਼ਾਂ ਦੇ ਵਿੱਚ ਇਹ ਚੱਲ ਰਿਹਾ, ਇਹ ਨਿਯਮ ਲਾਗੂ ਹੈਗਾ, ਉਹਨਾਂ ਦੀ ਐਗਜ਼ਾਮਪਲਸ ਵੀ ਦਿੰਦੇ ਆ, ਪਰ ਉੱਥੇ ਵੀ ਅਸਫਲ ਨੇ ਸਮਝਾਉਣ ਦੇ ਵਿੱਚ ਇਹ ਲੋਕਾਂ ਨੂੰ। ਜੇ ਗੱਲ ਤਾਂ ਹੈਗੀ ਹੈ ਪਹਿਲਾਂ ਸਟੇਕ ਹੋਲਡਰਸ ਨਾਲ ਗੱਲ ਕੀਤੀ ਹੁੰਦੀ ਨਾ, ਫਿਰ ਜਦੋਂ ਤੁਸੀਂ ਪਾਲਿਸੀ ਬਣਾਈ ਹੈ, ਹਰ ਦੂਜੇ ਦਿਨ ਚੇਂਜਸ ਲਿਆ ਰਹੇ ਆ ਉਹਦੇ ਵਿੱਚ, ਤੇ ਪਾਲਿਸੀ ਕਿਹੋ ਜਿਹੀ ਹੋਈ? ਹਾਂਜੀ, ਜੇ ਤੁਹਾਨੂੰ ਹਰ ਰੋਜ਼ ਹੀ ਬਦਲਣਾ ਪੈਂਦਾ, ਤੁਸੀਂ ਕਹਿੰਦੇ ਕਿ ਮੇਰੀ ਆਹ ਪਾਲਿਸੀ ਆ, ਤਾਂ ਹਰ ਸਵੇਰੇ ਆ ਕੇ ਨਵਾਂ ਨੋਟਿਸ ਲਾਇਆ ਹੋਵੇ ਤੇ ਇਹਦੇ 'ਚ ਆਹ ਤਬਦੀਲੀਆਂ ਆ ਗਈਆਂ, ਇਹਦਾ ਮਤਲਬ ਪਹਿਲਾਂ ਤੁਸੀਂ ਸੋਚ ਕੇ ਨਹੀਂ ਕੰਮ ਕੀਤਾ। ਇਹਦਾ ਮਤਲਬ ਖਾਮੀਆਂ ਨੇ ਪਾਲਿਸੀ ਦੇ ਵਿੱਚ, ਉਹਦੇ ਵਿੱਚ ਖਾਮੀਆਂ ਸੀਗੀਆਂ। ਹੁਣ ਜਿਹੜਾ ਅੰਦੋਲਨ ਸ਼ੁਰੂ ਹੋਇਆ ਹੈ, ਇਸ ਤਰ੍ਹਾਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ, ਹਾਂਜੀ, ਜੇ ਸਸਟੇਨ ਕਰ ਜਾਂਦਾ, ਤੁਸੀਂ ਹੁਣ ਤਾਂ ਧਮਕੀਆਂ ਦੇ ਸਕਦੇ ਆ ਕਿ ਨੌਜਵਾਨ ਜਿਹੜੇ ਇਹ ਅੰਦੋਲਨ 'ਚ ਸ਼ਾਮਲ ਹੋਣਗੇ ਉਹਨਾਂ ਨੂੰ ਅਸੀਂ ਭਰਤੀ ਨਹੀਂ ਕਰਾਂਗੇ। ਹਾਂਜੀ, ਐਕਚੁਅਲੀ ਇਹ ਵੀ ਨਿਊਜ਼ ਦੇ ਵਿੱਚ ਚੱਲ ਰਿਹਾ ਸੀਗਾ ਕਿ ਜਿਹੜੇ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਨੌਜਵਾਨ ਇਹਨਾਂ ਪ੍ਰਦਰਸ਼ਨਾਂ ਦਾ ਹਿੱਸਾ ਬਣਨਗੇ ਤਾਂ ਗਾਹਾਂ ਜਾ ਕੇ ਉਹਨਾਂ ਨੂੰ ਕਨਸੀਕੁਐਂਸਿਸ ਭੁਗਤਣੇ ਪੈਣੇ ਨੇ, ਕਿ ਉਹਨਾਂ ਨੂੰ ਭਰਤੀ ਨਹੀਂ ਕਰਨਗੇ। ਬਹੁਤ ਨੌਜਵਾਨ ਜਿਹੜੇ ਐਜੀਟੇਸ਼ਨ ਦੇ ਵਿੱਚ ਆ ਉਹ ਭਰਤੀ ਹੋਣ ਵਾਲੇ ਹੀ ਨਹੀਂ, ਵੈਸੇ ਉਹਨਾਂ ਦੀ ਕੋਈ ਇੰਟੈਂਸ਼ਨ ਨਹੀਂ ਹੁੰਦੀ, ਉਹ ਨਾ ਕੁਆਲੀਫਾਈਡ ਕਰਨੇ ਆ ਤੇ ਨਾ ਹੀ ਉਹਨਾਂ ਨੇ ਭਰਤੀ ਹੋਣ ਜਾਣਾ ਹੈ। ਤੇ ਇਹ ਧਮਕੀ ਦੇਣ ਤੇ ਕੋਈ ਕੰਮ ਫਿਰ ਅੱਛਾ ਧਮਕੀ ਦੇਤੀ ਆ, ਉਸ ਤੋਂ ਬਾਅਦ ਫਿਰ ਉਹ ਧਮਕੀ ਵਾਪਸ ਹੀ ਲੈਣਗੇ, ਨਹੀਂ ਅਸੀਂ ਇਹਨਾਂ ਨੂੰ ਲੈ ਲਵਾਂਗੇ, ਕੋਈ ਗੱਲ ਨਹੀਂ। ਪਹਿਲਾਂ ਇਹਨਾਂ ਨੇ ਫੜੇ ਨਹੀਂ ਸੀ ਸਾਰੇ ਕਿਸਾਨ, ਹਾਂਜੀ, ਜਿਹੜੇ ਐਜੀਟੇਸ਼ਨ ਕਰਦੇ ਸੀ। ਜਦੋਂ ਐਜੀਟੇਸ਼ਨ ਖਤਮ ਹੋਈ, ਸਭ ਤੋਂ ਪਹਿਲਾਂ ਉਹਨਾਂ ਨੂੰ ਛੱਡਿਆ। ਹਾਂਜੀ, ਜੇ ਫੜੇ ਆ ਉਹਨਾਂ ਦੇ ਧਾਰਾ ਕੋਈ ਲਾਤੇ, ਕ੍ਰਿਮੀਨਲ ਚਾਰਜ ਲਾਏ ਆ, ਤਾਂ ਫਿਰ ਲਿਜਾਓ ਉਹਨਾਂ ਨੂੰ ਟ੍ਰਾਇਲ ਦੇ ਬੇਸਿਸ ਤੇ, ਹਾਂਜੀ, ਦੇਖਦੇ ਆ ਤੁਹਾਨੂੰ ਕੀ ਕਰਦੇ ਆ। ਇਹ ਸਿਰਫ ਤੇ ਸਿਰਫ ਇਸ ਕਰਕੇ ਹੈ ਕਿ ਪਾਲਿਸੀ ਬਾਰੇ ਸੋਚਿਆ ਨਹੀਂ ਗਿਆ।
ਤੇ ਇਹ ਸੈਕੰਡ ਮੇਜਰ ਪਾਲਿਸੀ ਆ ਜਿਹੜੀ ਤੇ ਐਜੀਟੇਸ਼ਨ ਹੋਈ ਹੈ। ਹਾਂਜੀ, ਐਜੀਟੇਸ਼ਨ ਤਾਂ ਹਰ ਇੱਕ ਪਾਲਿਸੀ ਤੇ ਹੁੰਦੀ ਰਹਿੰਦੀ ਹੈ, ਕੋਈ ਨਾ ਕੋਈ ਲੌਬੀ ਗਰੁੱਪ ਆਉਂਦਾ ਹੈ, ਪਰ ਇੰਨੇ ਵੱਡੇ ਪੱਧਰ ਤੇ ਪਹਿਲਾਂ ਸ਼ੁਰੂ ਹੋਈ ਸੀ ਕਿਸਾਨਾਂ ਦੀ ਤੇ ਹੁਣ ਨੌਜਵਾਨਾਂ ਦੀ ਭਰਤੀ ਸ਼ੁਰੂ ਹੋਈ। ਔਰ ਬੈਡ ਨਿਊਜ਼ ਫॉर ਬੀਜੇਪੀ ਵੀ ਇਹ ਉਸ ਸਮੇਂ ਆਈ ਹੈ ਪੰਜਾਬ ਦੇ ਵਿੱਚ ਜਦੋਂ ਸੰਗਰੂਰ ਦੇ ਵਿੱਚ ਜਿਮਨੀ ਚੋਣ ਹੋ ਰਹੀ। ਹਾਂਜੀ, ਇਹ ਸਿੱਧੇ ਤੌਰ ਤੇ ਇਹਨਾਂ ਨੂੰ ਪੁੱਛੇ ਕਿ ਤੁਸੀਂ ਹਫਤਾ ਅਟਕ ਲਓ ਥੋੜਾ ਜਿਹਾ। ਹਾਂਜੀ ਡਾਕਟਰ ਵੀ ਸਾਹਿਬ, ਪੰਜਾਬ ਦੇ ਬੀਜੇਪੀ ਵਾਲਿਆਂ ਦੀ ਮਾੜੀ ਜਿਹੀ ਵੀ ਚੱਲਦੀ ਹੁੰਦੀ ਹੈ ਨਾ ਸੈਂਟਰ ਦੇ ਵਿੱਚ, ਜੇ ਇਹਨਾਂ ਨੂੰ ਕੋਈ ਪੁੱਛਦਾ ਹੋਏ ਇਦਾਂ ਹੁੰਦਾ ਤੇ ਇਹ ਕਮ ਸੇ ਕਮ ਕਹਿੰਦੇ ਵੀ ਭਾਈ ਆ 23 ਜੂਨ ਤੋਂ ਬਾਅਦ ਕਰ ਦਿਓ। ਹਾਂਜੀ।